ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਰੰਗ ਪੰਜਾਬ ਦੇ। ਤੇ ਅੱਜ ਮੈਂ ਹੋਇਆ ਸ਼ਹਿਰ ਸਰਹੰਦ। ਕਾਫੀ ਵੱਡਾ ਤੇ ਤਵਾਰੀਖੀ ਸ਼ਹਿਰ ਹੈ ਤੇ ਇਸ ਸ਼ਹਿਰ ਵਿੱਚ ਇੱਕ ਥਾਵਾਂ ਦੀ ਪੁਰਾਤਨ ਇਤਿਹਾਸਕ ਥਾਵਾਂ ਦੀ ਗੱਲ ਕਰੀਏ ਤਾਂ ਗਿਣਤੀ ਉਹਨਾਂ ਦੀ ਕਾਫੀ ਹੈ, ਜਿਸ ਦੇ ਵਿੱਚ ਪਹਿਲਾਂ ਅਸੀਂ ਐਪੀਸੋਡ ਦੇ ਵਿੱਚ ਤੁਹਾਨੂੰ ਰੋਜ਼ਾ ਸ਼ਰੀਫ, ਜਹਾਜੀ ਹਵੇਲੀ ਦੇ ਜਿਹੜੀ ਉਹਨਾਂ ਬਾਰੇ ਇਤਿਹਾਸ ਬਾਰੇ ਜਾਣੂ ਕਰਾ ਚੁੱਕੇ ਹਾਂ। ਤੇ ਅੱਜ ਦੇ ਐਪੀਸੋਡ ਦੇ ਵਿੱਚ ਜੋ ਸਰਹੰਦ ਸ਼ਹਿਰ ਦੇ ਵਿੱਚ ਕਹਿ ਦਈਏ ਸ਼ਾਗਿਰਦ ਤੇ ਉਸਤਾਦ ਦਾ ਮਕਬਰਾ ਆ, ਉਹ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਇਸ ਤੋਂ ਇਲਾਵਾ ਜੋ ਇੱਥੇ ਆਮ ਖਾਸ ਬਾਗ ਹੈ ਤੇ ਹੋਰ ਜੋ ਥਾਵਾਂ ਨੇ ਉਹਨਾਂ ਦੇ ਤੁਹਾਨੂੰ ਅੱਜ ਉਹਨਾਂ ਬਾਰੇ ਦੱਸਾਂਗੇ, ਇਤਿਹਾਸ ਬਾਰੇ ਦੱਸਾਂਗੇ ਤੇ ਕੀ ਅਹਿਮੀਅਤ ਹੈ ਤੇ ਉਸ ਸਮੇਂ ਦੇ ਹਿਸਾਬ ਨਾਲ ਕੀ ਤਬਦੀਲੀਆਂ ਆਈਆਂ। ਸੋ ਅੱਜ ਦਾ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਫੈਸਰ ਢਿੱਲੋਂ ਸਾਹਿਬ ਸਾਡੇ ਨਾਲ ਨੇ, ਉਹ ਇਸ ਬਾਰੇ ਜਾਣਕਾਰੀ ਦੇਣਗੇ। ਸਰਹੰਦ ਦੀ ਧਰਤੀ ਤੇ ਕਿੰਨੀਆਂ ਹੀ ਇਤਿਹਾਸਿਕ ਇਮਾਰਤਾਂ ਦਾ ਜ਼ਿਕਰ ਹੈ। ਕੁਝ ਕੁ ਮੁਗਲ ਕਾਲ ਦੌਰਾਨ ਤਾਮੀਰ ਹੋਈਆਂ ਤੇ ਕਈ ਇਸ ਤੋਂ ਵੀ ਪਹਿਲਾਂ ਦੀਆਂ ਬਣੀਆਂ ਹਨ। ਕੁਝ ਕੁ ਦਾ ਇਤਿਹਾਸ ਕਿਤਾਬਾਂ ਵਿੱਚ ਦਰਜ ਹੈ ਤੇ ਕਈ ਥਾਵਾਂ ਦੇ ਨਾਲ ਦੰਨ ਤੇ ਮਿੱਥ ਕਹਾਣੀਆਂ ਜੁੜੀਆਂ ਹੋਈਆਂ। ਸਰਹੰਦ ਦੀ ਧਰਤੀ ਤੇ ਬਣੇ ਅਨੇਕਾਂ ਮਕਬਰੇ ਇਸ ਤਵਾਰੀਖੀ ਸ਼ਹਿਰ ਦੀ ਇਤਿਹਾਸ ਦੀ ਗਵਾਹੀ ਭਰਦੇ ਨੇ। ਖਾਸ ਬਾਗ ਸਰਹੰਦ ਮੁਗਲ ਸਮਰਾਟ ਅਕਬਰ ਦੇ ਰਾਜਕਾਲ ਦੌਰਾਨ ਇਮਾਰਤ ਸਾਜ ਹਾਫਿਜ਼ ਰੱਖਾ ਵੱਲੋਂ ਬਣਵਾਇਆ ਗਿਆ। ਇਸ ਉਪਰੰਤ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਵੱਲੋਂ ਵੀ ਇਸ ਦੀ ਉਸਾਰੀ ਕੀਤੀ ਜਾਂਦੀ ਰਹੀ। ਇਹ ਸਥਾਨ ਮੁਗਲ ਸਮਰਾਟਾਂ ਵੱਲੋਂ ਲਾਹੌਰ ਤੋਂ ਆਉਂਦੇ ਜਾਂਦੇ ਵਕਤ ਰੁਕਣ ਲਈ ਉਸਾਰਿਆ ਗਿਆ ਸੀ। ਇਸ ਨੂੰ ਚੌਤਰਫਾ ਚਾਰ ਦੀਵਾਰੀ ਕਰਕੇ ਸੁੰਦਰ ਬਾਗ ਅਤੇ ਭਵਨਾਂ ਦਾ ਨਿਰਮਾਣ ਕੀਤਾ ਗਿਆ। ਮੋਟੇ ਤੌਰ ਤੇ ਇਸ ਦੇ ਦੋ ਭਾਗ, ਇੱਕ ਆਮ ਜੋ ਕਿ ਆਮ ਜਨਤਾ ਲਈ ਸੀ ਤੇ ਦੂਸਰਾ ਭਾਗ ਖਾਸ ਜੋ ਕਿ ਬਾਦਸ਼ਾਹਾਂ ਲਈ ਰਾਖਵਾਂ ਸੀ। ਇਸ ਵਿੱਚ ਸਦਰਖਾਨਾ, ਸ਼ੀਸ਼ ਮਹਿਲ, ਸ਼ਾਹੀ ਹਮਾਮ ਅਤੇ ਦੌਲਤ ਖਾਨਾ ਖਾਸ ਨਾਮ ਦੀਆਂ ਬਹੁਤ ਹੀ ਵਿਲੱਖਣ ਇਮਾਰਤਾਂ ਦੀ ਉਸਾਰੀ ਕੀਤੀ ਗਈ, ਜੋ ਆਪਣੇ ਆਪ ਵਿੱਚ ਕਲਾ ਦਾ ਇੱਕ ਬੇਸ਼ਕੀਮਤੀ ਨਮੂਨਾ ਨੇ। ਸਦਰਖਾਨੇ ਨੂੰ ਗਰਮੀਆਂ ਵਿੱਚ ਚੱਲਦੇ ਪਾਣੀ ਰਾਹੀਂ ਠੰਡਾ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਹਾਂਜੀ, ਇਹ ਜਿਹੜੀ ਜਗ੍ਹਾ ਆਪਾਂ ਦੇਖ ਰਹੇ ਹਾਂ ਇਹ ਹਮਾਮ ਹੈ। ਇਹ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਸੀ। ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀਆਂ ਨੀਚੇ ਇਹਦੇ ਨਿੱਕੀਆਂ ਨਾਲੀਆਂ ਬਣਾਈਆਂ ਗਈਆਂ ਨੇ, ਇਹਨਾਂ ਦੇ ਵਿੱਚ ਗਰਮ ਤੇ ਠੰਡਾ ਪਾਣੀ ਲੰਘਣ ਦੀ ਕਿੰਨੀ ਸਹੂਲਤ ਸੀਗੀ। ਤੇ ਉਹ ਮੌਸਮ ਦੇ ਹਿਸਾਬ ਨਾਲ ਫਿਰ ਉਹ ਜੇ ਗਰਮ ਪਾਣੀ ਦੀ ਜ਼ਰੂਰਤ ਸੀ ਜਾਂ ਠੰਡੇ ਪਾਣੀ ਦੀ ਜ਼ਰੂਰਤ ਸੀ, ਉਹ ਉਸ ਤਰ੍ਹਾਂ ਦੀ ਮੁਹੱਈਆ ਕਰਵਾਈ ਜਾ ਸਕਦੀ ਸੀ। ਬਾਦਸ਼ਾਹ ਜਹਾਂਗੀਰ ਦਾ ਜਿਹੜਾ ਇਹ ਹਮਾਮ
ਦੇਖ ਸਕਦੇ ਹੋ, ਇਹ ਜਿਹੜਾ 2 ਮੰਜ਼ਿਲਾ ਇਮਾਰਤ ਸੀ ਸ਼ਾਹਜਹਾਨ ਨੇ ਬਣਾਈ ਸੀ। ਕਿਸੇ ਸਮੇਂ ਬੜੀ ਹੀ ਆਲੀਸ਼ਾਨ ਇਮਾਰਤ ਸੀ। ਸ਼ਾਹਜਹਾਨ ਜਿਹੜਾ ਕਿ ਭਵਨ ਨਿਰਮਾਣ ਕਲਾ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਰੱਖਦਾ ਸੀ। ਵੈਸੇ ਤਾਂ ਸਾਰੇ ਮੁਗਲ ਰੱਖਦੇ ਸੀ, ਪਰ ਸ਼ਾਹਜਹਾਨ ਨੇ ਬੜੇ ਹੀ ਚਾਅ ਨਾਲ ਤੇ ਸ਼ੌਕ ਨਾਲ ਇਹ 2 ਮੰਜ਼ਿਲਾ ਇਮਾਰਤ ਦੀ ਉਸਾਰੀ ਕਰਵਾਈ ਸੀ, ਤਾਂ ਕਿ ਜਦੋਂ ਵੀ ਉਹ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਣ ਤੇ ਇੱਥੇ ਠਹਿਰ ਸਕਣ। ਇੱਥੇ ਦੀ ਉਸਾਰੀ ਨੂੰ ਦੇਖ ਕੇ ਪਤਾ ਲੱਗਦਾ ਕਿ ਹਰ ਤਰ੍ਹਾਂ ਦੀ ਸਹੂਲਤ ਉਹਨਾਂ ਨੇ ਇੱਥੇ ਰਖਵਾਈ ਹੋਈ ਸੀ, ਤੇ ਬਾਹਰ ਇਹਦੇ ਪਾਣੀ ਵਾਲੇ ਫੁਆਰੇ ਸੀਗੇ, ਤੇ ਇੱਥੇ ਠੰਡੇ ਗਰਮ ਪਾਣੀ ਦੀ ਸਾਰੀ ਸਹੂਲਤ ਸੀ। ਪਰ ਅੱਜ ਇਹ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਤੇ ਸਾਨੂੰ ਮਤਲਬ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦੀ ਥੋੜ੍ਹੀ ਬਹੁਤੀ ਸਰਕਾਰ ਵੱਲੋਂ ਰੱਖ ਰਖਾਓ ਜ਼ਰੂਰੀ ਹੈ। ਸਮੇਂ ਦੇ ਹਿਸਾਬ ਨਾਲ ਇੱਥੇ ਡਿਵੈਲਪਮੈਂਟ ਦੀ ਤਰੱਕੀ ਦੀ ਜ਼ਰੂਰਤ ਹੈ, ਤਾਂ ਕਿ ਇਹ ਜਿਹੜੀਆਂ ਸਾਡੀਆਂ ਪੁਰਾਤਨ ਨਿਸ਼ਾਨੀਆਂ ਨੇ ਸਾਡੇ ਇਤਿਹਾਸ ਦੀਆਂ ਜਾਂ ਸਾਡੇ ਵਿਰਸੇ ਦੀਆਂ, ਇਹ ਕੁਛ ਬਚੀਆਂ ਰਹਿ ਸਕਣ, ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹਨਾਂ ਨੂੰ ਦੇਖ ਸਕਣ ਕਿ ਸਾਡੇ ਜਿਹੜੇ ਮਤਲਬ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਇਮਾਰਤ ਦੇਖ ਰਹੇ ਹੋ, ਇਹਦਾ ਨਾਮ ਹੈ ਸਰਦਖਾਨਾ। ਠੀਕ ਹੈ, ਇਹ ਇਸ ਇਮਾਰਤ ਦੇ ਵਿੱਚ ਇਸ ਖੂਹ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ, ਤੇ ਇਹਦੇ ਜ਼ਮੀਨੀ ਪੱਧਰ ਤੇ ਛੋਟੀਆਂ-ਛੋਟੀਆਂ ਨਾਲੀਆਂ ਬਣਾਈਆਂ ਹੋਈਆਂ ਹਨ। ਉਹਨਾਂ ਦੇ ਵਿੱਚ ਨੂੰ ਪਾਣੀ ਪੂਰੀ ਇਮਾਰਤ ਵਿੱਚ ਘੁੰਮਦਾ ਸੀ, ਤੇ ਗਰਮੀ ਦੇ ਮੌਸਮ ਵਿੱਚ ਜਦੋਂ ਪਾਣੀ ਨੀਚੇ ਘੁੰਮ ਕੇ ਸਾਰੇ ਗੇੜਾ ਕੱਢਦਾ ਸੀ ਤਾਂ 에ਅਰ ਕੰਡੀਸ਼ਨ ਵਰਗਾ ਹੋ ਜਾਂਦਾ ਸੀ। ਕਿੰਨੀ ਮਰਜ਼ੀ ਗਰਮੀ ਹੁੰਦੀ ਸੀ, ਲੂ ਚੱਲਦੀ ਹੁੰਦੀ ਸੀ, ਪਰ ਉੱਥੇ ਉਸ ਦੇ ਬਾਵਜੂਦ ਵੀ ਇਹ ਬਿਲਕੁਲ ਇੱਕ ਏਸੀ ਵਰਗਾ ਅਹਿਸਾਸ ਦਿੰਦਾ ਸੀ। ਇਸ ਦਾ ਇੱਕ ਦਰਵਾਜ਼ਾ ਪੱਛਮ ਵੱਲ ਨੂੰ ਖੁੱਲਦਾ ਹੈ, ਤੇ ਇੱਕ ਦਰਵਾਜ਼ਾ ਇਹਦਾ ਇੱਧਰ ਖੂਹ ਵੱਲ ਨੂੰ ਖੁੱਲਦਾ ਹੈ। ਇਹ ਵੀ 2 ਮੰਜ਼ਿਲਾ ਇਮਾਰਤ ਸੀਗੀ, ਪਰ ਹੁਣ ਸਮੇਂ ਦੇ ਹਿਸਾਬ ਨਾਲ ਗੇੜ ਨਾਲ ਇਹ ਇਮਾਰਤ ਢਹਿ ਢੇਰੀ ਹੋ ਚੁੱਕੀ ਹੈ। ਪਰ ਇਹਦੇ ਪੁਰਾਤਨ ਜਿਹੜੇ ਨਿਸ਼ਾਨ ਖੂਹ ਉਹ ਵੀ ਮੌਜੂਦ ਆ। ਨੀਚੇ ਨਾਲੀਆਂ ਨੇ ਜਿਹੜੀਆਂ ਉਹ ਹੁਣ ਬੰਦ ਕੀਤੀਆਂ ਜਾ ਚੁੱਕੀਆਂ, ਕਿਉਂਕਿ ਇਹ ਫਿਰ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਬੰਦ ਕਰਨਾ ਪਿਆ ਕਿ ਕੋਈ ਬੰਦਾ ਜਾਂ ਕੋਈ ਬੱਚਾ ਵਿੱਚ ਨੂੰ ਲੰਘਦਾ ਤਾਂ ਉਹ ਢੇਰੀ ਕੋਈ ਹਾਦਸਾ ਹੀ ਵਾਪਰ ਸਕਦਾ ਹੈ, ਤੇ ਇਸ ਕਰਕੇ ਇਹ ਪੁਰਾਣੀ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹਦੀਆਂ ਜਿਹੜੀਆਂ ਕੰਧਾਂ ਨੇ ਇਹਨਾਂ ਦੇ ਉੱਤੇ ਬੜੀ ਸੋਹਣੀ ਫੁੱਲਾਂ ਦੀ ਮੀਨਾਕਾਰੀ ਕੀਤੀ ਹੋਈ ਸੀ, ਜਿਹੜੀ ਕਿ ਹੁਣ ਸਮੇਂ ਨਾਲ ਖਤਮ ਹੋ ਚੁੱਕੀ ਹੈ। ਪ੍ਰੋਫੈਸਰ ਸਾਹਿਬ, ਇਹ ਜਗ੍ਹਾ ਬਾਰੇ ਕੀ ਕਹਾਂਗੇ ਆਪਾਂ? ਜਿਵੇਂ ਉਧਰ ਤੁਸੀਂ ਦੱਸਿਆ ਵੀ ਹਮਾਮ ਵਗੈਰਾ ਬਣੇ ਹੋਏ ਸੀ, ਸਰਦਖਾਨਾ ਸੀ, ਇਹ ਇੱਧਰ ਕਮਰੇ ਹੋ ਗਏ ਇਹਨਾਂ ਦੇ ਛੋਟੇ? ਹਾਂਜੀ, ਇਹ ਛੋਟੇ ਕਮਰੇ ਹੋ ਗਏ। ਇੱਧਰ ਇਹਦੇ ਇੱਕ ਤਰ੍ਹਾਂ ਜਿਵੇਂ ਆਪਣੇ ਅੱਜ ਕੱਲ੍ਹ ਘਰਾਂ ਦੇ ਵਿੱਚ ਬਾਹਰ ਆਪਾਂ ਬਰਾਂਡੇ ਛੱਡ ਲੈਂਦੇ, ਲੌਬੀ ਛੱਡ ਲੈਂਦੇ ਆ, ਇਹ ਉਹ ਬਾਹਰ ਲੌਬੀ ਟਾਈਪ ਹੋ ਗਿਆ। ਇਹ ਕਮਰਾ ਹੋ ਗਿਆ। ਇਹਦੇ ਵਿੱਚ ਨੂੰ ਇਹ ਰੌਸ਼ਨੀ ਆਉਣ ਵਾਸਤੇ ਤਾਕੀਆਂ ਹੋ ਗਈਆਂ, ਤੇ ਇਹ ਵੀ ਜਿਸ ਤਰ੍ਹਾਂ ਆਪਾਂ ਮੋਗਾ ਕਹਿ ਲੈਂਦੇ ਆ, ਹਵਾ ਵਾਸਤੇ ਤੇ ਰੌਸ਼ਨੀ ਵਾਸਤੇ ਇਹ ਰੱਖੇ ਹੋਏ ਸੀਗੇ ਇਹਦੇ ਵਿੱਚ ਪੁਰਾਣੇ ਕਾਰੀਗਰਾਂ ਨੇ।
ਤੇ ਇਹ ਬਾਦਸ਼ਾਹ ਦੇ ਆਪਣੇ ਇਹ ਉਹਦਾ ਨਿੱਜੀ ਸਥਾਨ ਸੀ ਇੱਥੇ। ਇਹਨੂੰ ਇਹ ਜਿਹੜਾ ਆਮ ਖਾਸ ਬਾਗ ਸ਼ਬਦ ਹੈ, ਇਹ ਜਿਹੜਾ ਖਾਸ ਸਥਾਨ ਸੀ। ਇਹ ਆਮ ਸਥਾਨ ਜਿਹੜੇ ਉਧਰ ਨੇ, ਤਲਾਅ ਹੈ ਜਿਹੜਾ ਉਧਰ, ਹੋਰ ਬਾਹਰ ਦਾ ਏਰੀਆ ਜਿਵੇਂ ਪਾਰਕ ਹੈ, ਉਹ ਆਮ ਲੋਕਾਂ ਵਾਸਤੇ ਸੀ। ਤੇ ਇੱਥੇ ਇਹ ਖਾਸ ਸਥਾਨ ਨੇ ਇਹ ਜਿਹੜੇ ਆਪਾਂ ਤਿੰਨੇ ਤੁਹਾਨੂੰ ਦੱਸੇ ਨੇ। ਦੌਲਤਖਾਨਾ ਹੈ ਖਾਸ, ਇਹ ਸਰਦਖਾਨਾ, ਇੱਕ ਹਮਾਮ। ਇਹ ਬਾਦਸ਼ਾਹ ਜਿਹੜੇ ਜਹਾਂਗੀਰ ਸ਼ਾਹਜਹਾਨ ਹੋਏ ਨੇ, ਇਹ ਉਹਨਾਂ ਦੇ ਆਪਣੇ ਨਿੱਜੀ ਰੱਖੇ ਹੋਏ ਸੀ। ਤੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ, ਇਹ ਹੁਣ ਇੱਥੋਂ ਬੰਦ ਕੀਤੀ ਜਾ ਚੁੱਕੀ ਹੈ। ਪਹਿਲਾਂ ਇਹਦੇ ਵਿੱਚ ਖੂਹ ਵੱਲੋਂ ਇੱਥੋਂ ਪਾਣੀ ਆਉਂਦਾ ਸੀ ਤੇ ਪਾਣੀ ਐਦਾਂ ਘੁੰਮਦਾ ਸੀ ਵਿੱਚ, ਪਰ ਹੁਣ ਇਹਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕੀਤਾ ਜਾ ਚੁੱਕਿਆ ਹੈ। ਤੇ ਜਦੋਂ ਇੱਥੋਂ ਪਾਣੀ ਘੁੰਮ ਕੇ ਚਾਰੇ ਪਾਸੇ ਨੂੰ ਜਾਂਦਾ ਸੀ ਤਾਂ ਇਹ ਸਰਦਖਾਨਾ ਇਸੇ ਕਰਕੇ ਇਹਦਾ ਨਾਮ ਹੈ ਵੀ ਗਰਮੀ ਦੀ ਰੁੱਤ ਵਿੱਚ ਵੀ ਠੰਡ ਦਾ ਅਹਿਸਾਸ ਹੁੰਦਾ ਸੀ ਇੱਥੇ ਰਹਿ ਕੇ। ਹਾਂ, ਇਹ ਮਤਲਬ ਇਸ ਤਰ੍ਹਾਂ ਕਹਿ ਸਕਦੇ ਜਿਵੇਂ ਕੋਈ 에ਅਰ ਕੰਡੀਸ਼ਨ ਜਿਵੇਂ ਕਮਰੇ ਨੇ ਅੱਜ ਕੱਲ੍ਹ ਆਪਣੇ, ਇਹ ਪੁਰਾਣੇ ਮੁਗਲਾਂ ਦਾ ਇਹ ਇੱਕ 에ਅਰ ਕੰਡੀਸ਼ਨ ਜਗ੍ਹਾ ਸੀਗੀ ਗਰਮੀ ਦੀ ਰੁੱਤ ਵਿੱਚ ਰਹਿਣ ਵਾਸਤੇ। ਇਮਾਰਤਾਂ ਵਿੱਚੋਂ ਉਸਤਾਦ ਤੇ ਸ਼ਾਗਿਰਦ ਦੇ ਮਕਬਰੇ ਵੀ ਸ਼ਾਮਿਲ ਨੇ, ਜੋ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਨੀਆਂ ਵਿੱਚ ਬਣੇ ਹੋਏ ਨੇ। ਉਸਤਾਦ ਅਤੇ ਸ਼ਾਗਿਰਦ ਦੇ ਨਾਂ ਨਾਲ ਮਸ਼ਹੂਰ ਇਹਨਾਂ ਮਕਬਰਿਆਂ ਨੂੰ ਮੁਗਲਾਂ ਸਮੇਂ ਦੇ ਬਿਹਤਰੀਨ ਇਮਾਰਤ ਸਾਜ਼ ਉਸਤਾਦ ਸੈਯਦ ਅਤੇ ਉਹਨਾਂ ਦੇ ਸ਼ਾਗਿਰਦ ਖਵਾਜਾ ਖਾਨ ਨੇ ਕਰੀਬ 450 ਸਾਲ ਪਹਿਲਾਂ ਬਣਾਇਆ ਸੀ। ਇਹਨਾਂ ਮਕਬਰਿਆਂ ਦੀ ਖਾਸੀਅਤ ਇਹ ਹੈ ਕਿ ਇਹ ਉਸਤਾਦ ਅਤੇ ਸ਼ਾਗਿਰਦ ਵਿਚਾਲੇ ਲੱਗੀ ਸ਼ਰਤ ਕਾਰਨ ਇੱਕੋ ਰਾਹ 'ਚ ਬਣਾਏ ਗਏ। ਇਸ ਤਰ੍ਹਾਂ ਦੇ ਨਾ ਮਕਬਰੇ 3 ਨੇ ਪੰਜਾਬ ਵਿੱਚ। ਪਹਿਲਾ ਹੈਗਾ ਨਕੋਦਰ 'ਚ, ਦੂਜਾ ਬਹਿਲੋਲਪੁਰ, ਤੀਜਾ ਜੋੜਾ ਹੈਗਾ ਸਰਹੰਦ ਦੇ ਪਿੰਡ ਤਲਾਣੀਆਂ 'ਚ। ਇਹ ਉਸਤਾਦ ਦਾ ਮਕਬਰਾ, ਉਸਤਾਦ ਤੇ ਸ਼ਾਗਿਰਦ ਦਾ ਜੋੜਾ, ਥੋੜਾ ਦੂਰ ਇਹ ਤੋਂ ਸ਼ਾਗਿਰਦ ਦਾ ਬਣਿਆ ਹੋਇਆ। ਇਹਦੇ ਬਾਰੇ ਇੱਕ ਛੋਟੀ ਜਿਹੀ ਕਹਾਣੀ ਵੀ ਆ। ਇੱਕ ਵਾਰ ਉਸਤਾਦ ਤੇ ਸ਼ਾਗਿਰਦ 'ਚ ਸ਼ਰਤ ਲੱਗੀ ਵੀ ਕਿਹੜਾ ਸੋਹਣਾ ਮਕਬਰਾ ਬਣਾਊਗਾ, ਤੇ ਉਹਦੀ ਸ਼ਰਤ ਇਹ ਸੀ ਕਿ ਜਿਹੜਾ ਜਿੱਤੂਗਾ ਹਾਰਨ ਵਾਲੇ ਦੀ ਗਰਦਨ ਲਾ ਦੂਗਾ। ਤੇ ਜਿਹੜਾ ਸ਼ਾਗਿਰਦ ਸੀਗਾ ਉਹ ਇਹਦੀਆਂ ਬਰੀਕੀਆਂ 'ਚ ਪੈ ਗਿਆ, ਉਹਨੇ ਕਾਫੀ ਟਾਈਮ ਲਾਤਾ। ਤੇ ਉਸਤਾਦ ਸੀਗਾ, ਉਹ ਤਾਂ ਫਿਰ ਉਹਦਾ ਉਸਤਾਦ ਸੀਗਾ, ਉਹਨੇ ਜਲਦੀ 'ਚ ਇਹ ਮਕਬਰਾ ਜਿੱਥੇ ਆਪਾਂ ਖੜੇ ਹਾਂ ਉਸਤਾਦ ਦਾ, ਉਹਨੇ ਇਹ ਮਕਬਰਾ ਤਿਆਰ ਕਰਤਾ। ਤੇ ਸ਼ਰਤ ਦੇ ਅਨੁਸਾਰ ਫਿਰ ਉਹਨੇ ਆਪਣੇ ਸ਼ਾਗਿਰਦ ਦੀ ਗਰਦਨ ਵੱਢਣੀ ਸੀਗੀ। ਤੇ ਫਿਰ ਉਸਤਾਦ ਨੇ ਸੋਚਿਆ, ਉਹਨੂੰ ਆਪਣਾ ਸ਼ਾਗਿਰਦ ਪਿਆਰਾ ਸੀਗਾ, ਵੀ ਉਹਨੇ ਸੋਚਿਆ ਮੈਂ ਗਰਦਨ ਤਾਂ ਨਹੀਂ ਵੱਢਦਾ। ਫਿਰ ਉਹਨੇ ਉਸਤਾਦ ਨੇ ਸ਼ਾਗਿਰਦ ਦਾ ਜਿਹੜੇ ਬਣਾਇਆ ਸੀਗਾ ਮਕਬਰਾ, ਉਹਦਾ ਗੁੰਬਦ ਲਾਤਾ। ਇਹ ਇੱਥੇ ਦੀ ਇੱਕ ਕਹਾਣੀ ਸੁਣੀ ਸੁਣਾਈ ਆ। ਹੁਣ ਇਹ 'ਚ ਕਿੰਨੀ ਸੱਚਾਈ ਹੈ ਨਹੀਂ ਆਪਾਂ ਕਹਿ ਸਕਦੇ। ਇਹ ਲਿਖਿਆ ਹੋਇਆ ਵੈਸੇ। ਇਹ ਬਣੇ ਨੇ 16ਵੀਂ ਸਦੀ ਦੇ ਸ਼ੁਰੂ ਤੇ 15ਵੀਂ ਦੇ ਅੰਤ 'ਚ। ਨਹੀਂ, ਹੋਰ ਤਾਂ ਕੁਝ ਨਹੀਂ ਹੈਗੀ, ਬਸ ਇੱਕ ਇਹਦੇ ਬਾਰੇ ਹੋਰ ਛੋਟੀ ਜਿਹੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ। ਇਹਦੇ ਵਿੱਚ ਨਾ 4 ਮਕਬਰੇ ਕਬਰਾਂ ਨੇ। ਹਾਂਜੀ, ਇਹ 4 ਇੱਥੋਂ ਦੇ ਮੰਨੇ ਜਾਂਦੇ ਨੇ ਵੀ ਇੱਥੇ ਸ਼ਹੀਦ ਹੋਏ ਨੇ, ਉਹਨਾਂ ਦੀਆਂ ਨੇ। ਪਰ ਇਹ ਅਸਲ 'ਚ ਇਹ ਨਹੀਂ ਹੈਗੀ। ਇੱਕ ਇੱਥੇ ਤੈਖਾਨਾ ਹੈ, ਉਹਦੇ ਵਿੱਚ ਅਸਲ ਕਬਰ ਬਣੀ ਹੋਈ ਹੈ। ਅਸਲ ਮਕਬਰਾ ਜਿਹੜਾ ਹੈਗਾ, ਉੱਥੇ ਜਾਣਾ ਬਹੁਤ ਮੁਸ਼ਕਲ ਆ। ਤੇ ਉਹਦੇ ਨਾਲ ਇੱਕ ਤਲਾਬ ਵੀ ਬਣਿਆ ਹੁੰਦਾ ਸੀਗਾ ਉੱਥੇ। ਉਹ ਸੁਣਿਆ ਅਸੀਂ ਤਾਂ ਆਪਣੇ ਬਜ਼ੁਰਗਾਂ ਤੋਂ, ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਅਸਲੀ ਤੈਖਾਨੇ 'ਚ ਜਿਹੜਾ ਮਕਬਰਾ ਬਣਿਆ ਜਿਨ੍ਹਾਂ ਨੇ ਦੇਖਿਆ ਹੈ। ਹਾਂਜੀ, ਇੱਕ ਕਹਾਣੀ ਸੱਚੀ ਮੰਨੀ ਜਾਂਦੀ ਹੈ ਜੀ। ਇੱਥੇ ਇੱਕ ਸੁਰੰਗ ਆ ਨੀਚੇ, ਤੇ ਉਹ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਜੀ। ਤੇ ਇੱਕ ਵਾਰ ਇੱਥੇ ਜੰਨ ਚੜੀ, ਜਦੋਂ ਜੰਝ ਜਾ ਰਹੀ ਸੀਗੀ, ਉਹ ਰੋਜ਼ਾ ਸ਼ਰੀਫ ਤੋਂ ਉਹਨਾਂ ਨੇ ਬਾਹਰ ਨਿਕਲਣਾ ਸੀਗਾ, ਪਰ ਉਹ ਪਤਾ ਨਹੀਂ ਕੀ ਕਾਰਨ ਹੋਇਆ, ਉਹ ਜੰਝ ਉੱਥੇ ਬਾਹਰ ਨਹੀਂ ਨਿਕਲ ਸਕੀ। ਉਹ ਵਿੱਚੇ ਲੋਕ ਸੀਗੇ, ਉਹਨਾਂ ਦੀ ਡੈਥ ਹੋ ਗਈ। ਫਿਰ ਉਸ ਤੋਂ ਬਾਅਦ ਫਿਰ ਇੱਥੇ ਸੁਰੰਗ ਥੋੜੀ ਅੱਗੇ ਜਾ ਕੇ ਇਹਨਾਂ ਨੇ ਬੰਦ ਕਰਤੀ, ਪੱਕੀ ਹੁਣ ਇੱਟਾਂ ਲਾ ਕੇ ਬੰਦ ਕਰ ਦਿੱਤੀ ਗਈ ਹੈ ਵੀ ਕੱਲ ਨੂੰ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਇੱਥੋਂ ਹੋ ਕੇ ਉਧਰ ਨੂੰ ਜਾ ਰਹੇ ਸੀਗੇ। ਇਹ ਅਸੀਂ ਨੇ
ਕਹਾਣੀ ਸਾਡੇ ਬਜ਼ੁਰਗਾਂ ਤੋਂ ਸੁਣੀ ਹੋਈ ਹੈ ਤੇ ਇਹ ਸੱਚੀ ਕਹਾਣੀ ਮੰਨੀ ਜਾਂਦੀ ਹੈ ਜੀ। ਹਾਂਜੀ, ਹੋਰ ਮਕਬਰਿਆਂ ਨਾਲੋਂ ਜਾਂ ਹੋਰ ਆਪਾਂ ਇਤਿਹਾਸਕ ਇਮਾਰਤਾਂ ਦੇਖਦੇ ਹਾਂ ਉਹਨਾਂ ਨਾਲੋਂ ਇਹਦੀ ਹਾਲਤ ਬਹੁਤ ਜ਼ਿਆਦਾ ਵਧੀਆ ਹੈ। ਇਹਦਾ ਕਾਰਨ ਇਹ ਹੈ ਕਿ ਪਿੰਡ ਦਿਆਂ ਨੇ ਹੁਣ ਇਹਦਾ ਦੀ ਜ਼ਿੰਮੇਵਾਰੀ ਲੈ ਲਈ। ਹੁਣ ਜਿਨ੍ਹਾਂ ਦੀ ਆਪਾਂ ਇੱਥੇ ਖੜੇ ਆ, ਨਾਲ ਖੇਤ ਲੱਗਦੇ ਨੇ, ਇਹ ਸਰਦਾਰ ਸਾਹਿਬ ਨੇ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਲਈ ਹੋਈ ਆ। ਜੇ ਕੋਈ ਬਾਹਰੋਂ ਵੀ ਆਉਂਦਾ ਤਾਂ ਬਕਾਇਦਾ ਉਹਨਾਂ ਦਾ ਆਧਾਰ ਕਾਰਡ ਚੈੱਕ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨਾਲ ਸਾਰੀ ਇਮਾਰਤ ਉਹ ਆਪ ਦਿਖਾਉਂਦੇ ਨੇ ਤਾਂ ਕਿ ਇਹ ਜਿਹੜੀ ਇਤਿਹਾਸਿਕ ਇਮਾਰਤ ਹੈ ਇਹਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਇਹ ਜਿਹੜੀ ਇਮਾਰਤ ਤੁਸੀਂ ਦੇਖ ਰਹੇ ਹੋ ਜੀ, ਇਹਨੂੰ ਸ਼ਾਗਿਰਦ ਜਾਂ ਚੇਲੇ ਦਾ ਮਕਬਰਾ ਕਿਹਾ ਜਾਂਦਾ ਹੈ। ਇਹਦੇ ਬਿਲਕੁਲ ਸਾਹਮਣੇ ਉਸਤਾਦ ਦਾ ਮਕਬਰਾ ਹੈ ਤੇ ਉਹਦੇ ਤੋਂ ਪੱਛਮ ਦਿਸ਼ਾ ਵਿੱਚ ਸਥਿਤ ਹੈ, ਲਹਿੰਦੇ ਵਾਲੇ ਪਾਸੇ। ਇਹ ਜਿਹੜੀਆਂ ਦੋਵੇਂ ਇਮਾਰਤਾਂ ਨੇ, ਇਹਨਾਂ ਦੀ ਜਿਹੜੀ ਦਿੱਖ ਹੈ ਉਹ ਬਿਲਕੁਲ ਇੱਕੋ ਸਾਰ ਦੀ ਹੈ, ਇੱਕੋ ਹੀ ਨਕਸ਼ਾ ਹੈ, ਬਾਹਰੋਂ ਦੇਖਣ ਤੇ ਵੀ ਅੰਦਰੋਂ ਦੇਖਣ ਤੇ ਵੀ। ਸਿਰਫ ਕੁਝ ਕੁ ਫਰਕ ਨੇ। ਇੱਕ ਤਾਂ ਜਿਹੜੀ ਉਸਤਾਦ ਵਾਲੀ ਜਿਹੜੀ ਇਮਾਰਤ ਹੈ ਉਹਦੇ ਵਿੱਚ ਕਬਰਾਂ ਨੇ ਜਿਹੜੀਆਂ, ਉਹਨਾਂ ਦੀ ਗਿਣਤੀ 6-7 ਹੈ ਤੇ ਇੱਥੇ ਸਿਰਫ 2 ਹੀ ਕਬਰਾਂ ਨੇ। ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ, ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪੂਰਬ ਵੱਲ ਸਥਿਤ ਮਹਾਦੀਆਂ ਰੋਡ ਤੇ ਚਿੱਟੀ ਮਸਜਿਦ ਦੇ ਨਾਮ ਨਾਲ ਜਾਣਦਾ। ਇੱਥੇ ਪੁੱਛਣ ਤੇ ਪਤਾ ਲੱਗਿਆ ਇਹਦੇ ਇਤਿਹਾਸ ਬਾਰੇ ਕਿ ਜਿਹੜਾ ਇੱਥੇ ਮੌਲਵੀ ਰਹਿੰਦਾ ਸੀ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਫਤਵਾ ਜਾਰੀ ਹੋਇਆ ਸੀ, ਉਹਨੂੰ ਪੜ੍ਹਨ ਵਾਸਤੇ ਕਿਹਾ ਗਿਆ ਸੀ, ਪਰ ਇੱਥੇ ਰਹਿਣ ਵਾਲੇ ਮੌਲਵੀ ਨੇ ਉਹਨੂੰ ਪੜ੍ਹਨ ਤੋਂ ਮਨਾ ਕਰ ਦਿੱਤਾ ਸੀ। ਉਸਨੇ ਇਹ ਕਿਹਾ ਸੀ ਕਿ ਇਸਲਾਮੀ ਸ਼ਰਅ ਮੁਤਾਬਕ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਤੇ ਬੱਚਿਆਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ, ਉਹਨਾਂ 'ਤੇ ਜ਼ੁਲਮ ਨਹੀਂ ਹੋ ਸਕਦਾ। ਇਸ ਕਰਕੇ ਇਹ ਮਸਜਿਦ ਉਦੋਂ ਤੋਂ ਹੀ ਸਿੱਖਾਂ ਤੇ ਮੁਸਲਮਾਨਾਂ ਦੇ ਭਾਈਚਾਰੇ ਦੀ ਆਪਸੀ ਮਿਸਾਲ ਹੈ ਤੇ ਇੱਥੇ ਰਹਿਣ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਜੀਤ ਸਿੰਘ ਨੇ, ਉਹ ਗੁਰਦੁਆਰਾ ਸਾਹਿਬ ਦੇ ਨਾਲ ਇਹ ਮਸਜਿਦ ਦੀ ਵੀ ਸਾਂਭ ਸੰਭਾਲ ਦਾ ਕੰਮ ਕਰ ਰਹੇ ਨੇ। ਇੱਥੇ ਹਰ ਰੋਜ਼ ਸਾਫ਼ ਸਫਾਈਆਂ, ਝਾੜੂ ਕਰਨਾ ਤੇ ਸਾਲ ਵਿੱਚ ਇਹਨੂੰ ਰੰਗ ਕਰਵਾਉਣਾ ਇੱਥੇ ਲੋਕਲ ਕਮੇਟੀ ਦੁਆਰਾ ਕਰਵਾਇਆ ਜਾਂਦਾ ਹੈ। ਤੇ ਇੱਥੇ ਵੀ ਇਹਨਾਂ ਤੋਂ ਪੁੱਛਣ ਤੇ ਪਤਾ ਲੱਗਾ ਹੈ ਕਿ ਇੱਥੋਂ ਇੱਕ ਸੁਰੰਗ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ, ਉਹ ਜਿਹੜੀ ਕਿ ਹੁਣ ਬੰਦ ਕਰ ਦਿੱਤੀ ਗਈ। ਤੇ ਹੁਣ ਜਿਸ ਸਥਾਨ ਉੱਤੇ ਅਸੀਂ ਖੜੇ ਆ, ਇਹ ਭਗਤ ਸਧਨਾ ਜੀ ਦੀ ਯਾਦ ਵਿੱਚ ਬਣਾਈ ਹੋਈ ਹੈ। ਦੱਸਿਆ ਜਾ ਰਿਹਾ ਕਿ 1300 ਸਦੀ ਦੇ ਵਿੱਚ ਉਦੋਂ ਇਹ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ ਸੀ, ਕਿਉਂਕਿ ਭਗਤ ਸਧਨਾ ਜੀ ਆਪਣਾ ਆਖਰੀ ਜੋ ਉਹਨਾਂ ਦਾ ਵਕਤ ਸੀ ਉਹ ਸਰਹੰਦ ਦੇ ਵਿੱਚ ਬਿਤਾਇਆ ਗਿਆ ਸੀ ਤੇ ਉਸ ਸਮੇਂ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਵੱਲੋਂ ਉਹਨਾਂ ਦੇ ਪਿਆਰ ਨੂੰ ਦੇਖਦਿਆਂ, ਉਹਨਾਂ ਨੂੰ ਯਾਦ ਕਰਦਿਆਂ ਹੋਇਆ ਇਸ ਸਥਾਨ ਉੱਤੇ ਮਸਜਿਦ ਦਾ ਨਿਰਮਾਣ ਕਰਾਇਆ ਗਿਆ ਸੀ। ਅੱਜ ਵੀ ਇਹ ਜਗ੍ਹਾ ਇੱਥੇ ਮੌਜੂਦ ਹੈ, ਪਰ ਫਿਰ ਵੀ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਜਿਹੜੀ ਟੁੱਟ ਭੱਜ ਹੋਈ ਹੈ, ਪਰ ਹੁਣ ਇਸ ਨੂੰ ਸੁਧਾਰਨ ਦਾ ਕੰਮ ਵੀ ਕੀਤਾ ਜਾ ਰਿਹਾ।
ਜੇਕਰ ਇਮਾਰਤ ਦੀ ਗੱਲ ਕਰੀਏ ਤਾਂ ਇਸ ਦੇ ਸਾਹਮਣੇ ਜਿਹੜਾ ਇੱਕ ਤਲਾਅ ਬਣਿਆ ਹੋਇਆ, ਕਿਉਂਕਿ ਮਸੀਤ ਹੈ, ਹਰ ਕੋਈ ਜੇਕਰ ਆਉਂਦਾ ਹੈ ਅੰਦਰ ਤਾਂ ਸਭ ਤੋਂ ਪਹਿਲਾਂ ਸੁੱਚਮ ਦੀ ਬਹੁਤ ਜ਼ਰੂਰਤ ਹੁੰਦੀ ਆ ਕਿ ਪਹਿਲਾਂ ਸਰੀਰ ਨੂੰ ਸੁੱਚਾ ਕਰੋ ਤੇ ਉਹ ਤੋਂ ਬਾਅਦ ਅੰਦਰ ਜਾਇਆ ਜਾਵੇ ਅਤੇ ਮਨ ਵੀ ਸੁੱਚਾ ਕੀਤਾ ਜਾ ਸਕੇ। ਇਬਾਦਤ ਦੀ ਥਾਂ ਦੇ ਆਲੇ ਦੁਆਲੇ ਤਾਂ ਸਫਾਈ ਹੋਣੀ ਬਹੁਤ ਜ਼ਰੂਰੀ ਆ। ਤੇ ਇੱਕ ਖੂਹ ਇੱਥੇ ਪੁਰਾਣੇ ਸਮੇਂ ਦਾ ਜਿਹੜਾ ਉਹ ਬਣਿਆ ਹੋਇਆ, ਤੇ ਨਾਲ ਜੇਕਰ ਆਪਾਂ ਗੁੰਮਦਾਂ ਦੀ ਗੱਲ ਕਰੀਏ ਤਾਂ ਜਿਹੜੇ 2 ਗੁੰਮਦ ਹੈਗੇ ਨੇ ਸਾਈਡ ਤੇ ਉਹ ਹਜੇ ਪੂਰੀ ਤਰ੍ਹਾਂ ਸਹੀ ਨੇ, ਪਰ ਵਿਚਾਲੇ ਵਾਲਾ ਜਿਹੜਾ ਗੁੰਮਦ ਹੈ ਉਹ ਖਰਾਬ ਹੈ। 2 ਸਾਹਮਣੇ ਦਿਖ ਰਹੇ ਨੇ ਤੇ ਇਹ ਤੋਂ ਪਿਛਲੇ ਪਾਸੇ ਵੀ 2 ਨੇ, ਟੋਟਲ 4 ਗੁੰਮਦ ਨੇ ਤੇ ਇੱਕ ਗੱਭੇ ਵਾਲਾ। ਆਪਾਂ ਅੰਦਰ ਆ ਕੇ ਦੇਖਦੇ ਹਾਂ ਤੇ ਸਾਡੇ ਨਾਲ ਸੰਤ ਸਿੰਘ ਸੋਹਲ ਜੀ ਨੇ ਤੇ ਬਲਤੇਜ ਜੀ ਨੇ, ਇਹਨਾਂ ਨਾਲ ਵੀ ਆਪਾਂ ਸਾਂਝ ਪਾਉਂਦੇ ਹਾਂ ਕਿ ਇਸ ਥਾਂ ਦੀ ਇਤਿਹਾਸਿਕ ਮਹੱਤਤਾ ਕੀ ਹੈ ਤੇ ਹੁਣ ਕੀ ਕੁਝ ਇਸ ਦੇ ਵਿੱਚ ਬਦਲਾਅ ਹੋਏ ਨੇ। ਅੱਜ ਅੰਦਰ ਚੱਲਦੇ। ਤੇ ਸੋਹਲ ਸਾਹਿਬ, ਆਪਾਂ ਦੇਖ ਸਕਦੇ ਹਾਂ ਕਿ ਦੀਵਾਰਾਂ ਨੂੰ ਜਦੋਂ ਆਪਾਂ ਦੇਖਦੇ ਹਾਂ, ਪੂਰੀ ਇਮਾਰਤ ਨੂੰ ਦੇਖਦੇ ਹਾਂ, ਇੱਕ ਤਰੀਕੇ ਦਾ ਇੱਕ ਅੱਡ ਜੀ ਮਹਿਕ ਵੀ ਹੈ ਤੇ ਇਤਿਹਾਸ ਦੀ ਜਿਹੜੀ ਇੱਕ ਜ਼ਿਹਨ ਦੇ ਵਿੱਚ ਆਪਣੇ ਆਪ ਆ ਜਾਂਦੀ ਹੈ ਵੀ ਕਿੱਡੀ ਸੋਹਣੀ ਇਮਾਰਤ ਉਸ ਵਕਤ ਹੋਊਗੀ, ਕਿੱਡੀਆਂ ਵੱਡੀਆਂ ਦੀਵਾਰਾਂ ਨੇ ਤੇ ਕਿੰਨੀ ਸੋਹਣੀ ਕਲਾਕਾਰੀ ਕੀਤੀ ਗਈ ਆ। ਕੀ ਕਹੋਗੇ ਇਹਦੇ ਬਾਰੇ? ਕਿਤੇ ਸੰਭਾਲ ਨਹੀਂ ਸਕੇ ਆਪਾਂ ਇਹ ਚੀਜ਼ਾਂ ਨੂੰ। ਇਹ ਜੇ ਅਸੀਂ ਅੱਜ ਗੱਲ ਕਰਦੇ ਹਾਂ ਕਿਰਨਵੀਰ ਜੀ, ਇਹ ਸਾਡਾ ਜਿਹੜਾ ਸਮਾਜ ਹੈ ਨਾ, ਅਸਲ 'ਚ ਕਿਰਤਕਣ ਸਮਾਜ ਹੈ। ਅਸੀਂ ਕਿਸੇ ਵੀ ਚੀਜ਼ ਨੂੰ ਜੋ ਸਾਡੀ ਨਿੱਜੀ ਹੈ ਉਸ ਤੋਂ ਉੱਪਰ ਸੋਚਦੇ ਹੀ ਨਹੀਂ। ਸਹੀ। ਜੇ ਅੱਜ ਇਸ ਦੀਵਾਰ ਬਣਾਉਣ ਦੀ ਗੱਲ ਕਰੀਏ, ਇਹ ਕੋਈ ਬਿਲਡਿੰਗ ਮਹੀਨੇ 2 ਮਹੀਨੇ 'ਚ ਨਹੀਂ ਹੈ, ਇਹਨੂੰ ਪਤਾ ਨਹੀਂ 10 ਸਾਲ ਲੱਗੇ ਹੋਣਗੇ ਜਾਂ 20 ਸਾਲ ਲੱਗੇ ਹੋਣਗੇ। ਤੁਸੀਂ ਹੁਣ ਇਹ ਦੀਵਾਰਾਂ ਦੇਖੋ, ਦੀਵਾਰਾਂ ਦੇ ਜਿਹੜੇ ਪੜਾਅ ਨੇ 7-8 ਫੁੱਟ ਚੌੜੀਆਂ ਦੀਵਾਰਾਂ ਨੇ ਇਹ ਜੀ, ਤੇ ਕਿੰਨੀ ਕਿੱਟ ਲੱਗੀ ਹੋਣਗੀ ਤੇ ਉਹ ਲੋਕ ਕਿੰਨੇ ਕੁ ਮਿਹਨਤੀ ਹੋਣਗੇ। ਸਹੀ ਗੱਲ। ਜਿਨ੍ਹਾਂ ਨੇ ਇਹ ਬਣਾਈਆਂ। ਲੇਕਿਨ ਸਾਡੇ 'ਚ ਕਿੰਨੀ ਆਲਸਪਣ ਹੈ ਸਾਡੀਆਂ ਸਰਕਾਰਾਂ ਦੇ ਵਿੱਚ ਤੇ ਸਾਡੇ ਸਮਾਜ ਦੇ ਵਿੱਚ ਕਿ ਅਸੀਂ ਇਹਨੂੰ ਸਾਂਭ ਤੱਕ ਨਹੀਂ ਸਕੇ। ਸਹੀ ਗੱਲ। ਇਹ ਜੇ ਚੀਜ਼ਾਂ ਸਾਂਭੀਆਂ ਹੁੰਦੀਆਂ, ਸਾਨੂੰ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਟੂਰਿਜ਼ਮ ਦਾ ਹੀ ਬਹੁਤ ਪੈਸਾ ਇਕੱਠਾ ਹੋ ਸਕਦਾ ਸੀਗਾ ਇੱਥੇ। ਤੇ ਇਹਨੂੰ ਦੇਖੋ, ਅੰਦਰ ਜਿਹੜੇ ਆਪਾਂ ਲਾਈਟ ਦੀ ਥੋੜੀ ਜਿਹੀ ਕਮੀ ਹੈ, ਪਰ ਇਹ ਜੋ ਮਿਡਲ ਵਾਲਾ ਹਿੱਸਾ ਹੈ ਇਹਦੇ ਉੱਪਰ ਜੇ ਗੁੰਮਦ ਹੁੰਦਾ, ਗੁੰਮਦ ਕਿੱਡਾ ਆਪਣੇ ਆਪ ਦੇ ਵਿੱਚ ਇਹ ਗੁੰਮਦ ਗਿਰਿਆ ਤੁਹਾਡੇ ਸਾਹਮਣੇ। ਆਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਦੱਸ ਰਹੀਆਂ ਕਿ ਗੁੰਮਦ ਗਿਰਿਆ, ਸੰਭਾਲਿਆ ਨਹੀਂ ਗਿਆ। ਇਹ ਗੁੰਮਦ ਗਿਰਿਆ ਤੇ 4 ਗੁੰਮਦ ਬਣੇ ਨੇ ਤੇ ਸਾਈਡਾਂ ਦੇ ਉੱਤੇ ਰਿਹਾਇਸ਼ ਹੋਊਗੀ ਤੇ ਲੋਕ ਇੱਥੇ ਰਹਿੰਦੇ ਵੀ ਹੋਣਗੇ, ਇਹਦੇ ਤੇ ਇਬਾਦਤ ਵੀ ਹੁੰਦੀ ਹੋਊਗੀ ਜੀ। ਕਿਉਂਕਿ ਆਹ ਜਿਹੜਾ ਸੈਂਟਰ ਵਾਲਾ ਇਹ ਉਹ ਹਿੱਸਾ ਹੈ ਜਿੱਥੇ ਕੁਰਾਨ ਸ਼ਰੀਫ ਜਿਹੜੀ ਹੈ ਇਹਨਾਂ ਦੀ ਬਰਾਦਮਾਨ ਹੁੰਦੀ ਹੈ ਜੀ ਜੀ। ਇਸ ਸਥਾਨ ਦੇ ਉੱਤੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਇਹ ਲੋਕ ਜਿਹੜੇ ਹੈ ਮੁਸਲਮਾਨ ਧਰਮ ਦੇ ਜੋ ਵਰਕਰ ਹੈ ਜਾਂ ਮੰਨਣ ਵਾਲੇ ਨੇ, ਸਿਰਫ ਇਸ ਜਗ੍ਹਾ ਦੇ ਉੱਤੇ ਜੁੱਤੀ ਨਹੀਂ ਲੈ ਕੇ ਜਾਂਦੇ, ਬਾਕੀ ਉਹ ਕਿਤੇ ਵੀ ਘੁੰਮ ਸਕਦੇ ਨੇ ਜੀ ਜੀ। ਤੇ ਜਿਹੜੀ ਇਬਾਦਤ ਹੁੰਦੀ ਹੈ ਇਹਨਾਂ ਈਦਗਾਹਾਂ ਦੇ ਵਿੱਚ, ਇਹ ਈਦ ਦੇ ਟਾਈਮ ਦੇ ਉੱਤੇ ਹੁੰਦੀ ਹੈ। ਡੇਲੀ ਇੱਥੇ ਨਮਾਜ਼ ਨਹੀਂ ਪੜ੍ਹੀ ਜਾਂਦੀ, ਇਹ ਈਦਗਾਹਾਂ ਦੇ ਵਿੱਚ ਹੀ ਈਦ ਦੇ ਟਾਈਮ ਦੇ ਵਿੱਚ ਹੀ ਖਾਸ ਮੌਕੇ ਦਿੱਤੀ ਹੁੰਦੀ ਹੈ। ਇਹੋ ਜਿਹੀਆਂ ਮਸਜਿਦਾਂ, ਕਿਉਂਕਿ ਮੈਂ ਮਲੇਰਕੋਟਲੇ ਵੀ ਗਿਆ, ਮਲੇਰਕੋਟਲੇ ਬਹੁਤ ਵੱਡੀ ਈਦਗਾਹ ਬਣੀ ਹੋਈ ਹੈ। ਤੇ ਇਹ ਜਿਹੜੀ ਆ ਸਿੱਖ ਧਰਮ ਦੇ ਨਾਲ ਰਿਲੇਟਡ ਗੁਰਬਾਣੀ ਕਰਕੇ ਸਦਨਾ ਜੀ ਨੇ ਤੇ ਗੁਰਬਾਣੀ ਨੇ ਉਹਨਾਂ ਨੂੰ ਅਮਰ ਕਰ ਦਿੱਤਾ ਜੀ। ਤੇ ਅੱਜ ਆਪਾਂ ਤਾਂ ਗੱਲ ਕਰਦੇ ਹਾਂ, ਵਰਨਾ ਤਾਂ ਇਹ ਕੁਝ ਵੀ ਨਹੀਂ ਸੀ, ਵਰਨਾ ਤਾਂ ਇੱਕ ਬਿਲਡਿੰਗ ਸੀ, ਜੋ ਬਿਲਡਿੰਗ ਸੀ ਪੁਰਾਤਨ ਸੀ। ਤੇ ਹੁਣ ਜਿਵੇਂ ਇਹ ਕਿ ਵੀ 1300 ਦੇ ਵਿੱਚ 1300 ਈਸਵੀ ਦੇ ਵਿੱਚ ਇਹ ਜਗ੍ਹਾ ਬਣਾਈ ਗਈ ਸੀ, ਤਾਂ ਹੁਣ ਜੇ ਵਕਤ 700 ਸਾਲ ਦੇ ਕਰੀਬ 14ਵੀਂ ਸਦੀ 600-700 ਸਾਲ ਦੇ ਕਰੀਬ ਜਿਹੜਾ ਹੁਣ ਵਕਤ ਵਾਕਵਾ ਹੋ ਗਿਆ। ਤੇ ਇਹ ਜਿਵੇਂ ਹਜੇ ਜਿਹੜੀਆਂ ਇਮਾਰਤਾਂ ਨੇ ਉਹ ਤਾਂ ਇੰਨੀਆਂ ਮਜ਼ਬੂਤ ਲੱਗਦੀਆਂ ਨੇ, ਪਰ ਇਹ ਲੱਗਦਾ ਵੀ ਕਦੋਂ ਕਦੀ ਹੋਊਗੀ ਜੇ ਟੁੱਟ ਗਿਆ ਹੋਊ, ਸੰਭਾਲ ਨਹੀਂ ਕੀਤੀ ਗਈ ਹੋਊਗੀ। ਕਿਉਂਕਿ ਜਦੋਂ ਤੱਕ ਲੱਗਦਾ ਮੁਗਲ ਸ਼ਾਸਨ ਰਿਹਾ ਉਦੋਂ ਤੱਕ ਤਾਂ ਸ਼ਾਇਦ ਇਹ ਸਹੀ ਰਹੀਆਂ ਹੋਣਗੀਆਂ, ਕਿਉਂਕਿ ਉਹਨਾਂ ਸੰਭਾਲ ਕੀਤੀ ਹੋਊਗੀ। ਇਹ ਛੱਡੋ ਜੀ, ਸੰਨ 47 ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਮੁਰੱਬੇਬੰਦੀ ਦੇ ਵਿੱਚ, ਜਦੋਂ ਡੇਰਾ ਮੀਰ ਮੀਆਂ ਦੀ ਉਹ ਡੇਰੇ ਦੀ ਸਾਰੀ ਜ਼ਮੀਨ ਜਿਹੜੀ ਕਿ ਪੁਰਾਤਨ ਜਿੱਥੇ ਤਲਾਅ ਸੀ ਹੋਰ ਸੀ, ਉਹ ਜ਼ਮੀਨ ਦੇ ਵਿੱਚ ਆ ਗਏ, ਉਹ ਜ਼ਮੀਨ ਦੇ ਵਿੱਚ ਆ ਗਏ
ਤੇ ਇਹ ਜਿਹੜੀਆਂ ਬਿਲਡਿੰਗਾਂ ਨੇ ਇਹ ਵੀ ਸੰਨ 47 ਤੋਂ ਬਾਅਦ ਹੀ ਗਿਰੀਆਂ ਨੇ। ਸੰਨ 47 ਤੋਂ ਪਹਿਲਾਂ ਤਾਂ ਇਹਨਾਂ ਦੀ ਹੋਂਦ ਰਹੀ ਹੈ, ਕਿਉਂਕਿ ਇੱਥੇ ਮੁਸਲਮਾਨ ਬਸਤੀ ਸੀ ਤੇ ਇਹ ਲੋਕ ਜਿਹੜੇ ਸੀ ਇੱਥੇ ਰਹਿੰਦੇ ਸੀ, ਇਹਨਾਂ ਦੀ ਸਾਂਭ ਸੰਭਾਲ ਵੀ ਹੁੰਦੀ ਹੋਊਗੀ। ਇਹਨਾਂ ਦੇ ਗਿਰਨ ਦਾ ਅੱਜ 70 ਸਾਲਾਂ ਦੇ ਵਕਫੇ ਦੇ ਵਿੱਚ ਹੀ ਕਾਰਨ ਬਣਿਆ ਹੈ। ਅੱਜ ਵੀ ਆ ਕਿੱਡੇ ਕਿੱਡੇ ਗਵੰਦ ਨੇ, ਕਿੱਡੀਆਂ ਕਿੱਡੀਆਂ ਬਿਲਡਿੰਗਾਂ ਨੇ, ਹਨੇਰਾ ਇੱਥੇ ਕਮਰੇ 'ਚ ਕੋਈ ਲਾਈਟ ਦਾ ਪ੍ਰਬੰਧ ਨਹੀਂ ਕਾਫੀ। ਪਰ ਇੱਕ ਗੱਲ ਇਹ ਆ, ਦੇਖੋ ਜਿੰਨੀ ਮਰਜ਼ੀ ਅੰਦਰ ਗਰਮੀ ਹੋਵੇ, ਪਰ ਜਿਹੜੇ ਹਿਸਾਬ ਨਾਲ ਇਹਦੀ ਉਚਾਈ ਹੈ, ਏਡੇ ਏਡੇ ਗੁੰਮਦ ਬਣੇ ਹੋਏ ਨੇ, ਤਾਂ ਇੱਕ ਤਰੀਕੇ ਦਾ ਅੰਦਰ ਇਸ ਚੀਜ਼ ਕਾਫੀ ਫਾਇਦਾ ਹੁੰਦਾ ਸੀ ਵੀ ਜੇ ਤੁਸੀਂ ਅੰਦਰ ਹੁਣ ਤਾਂ ਚਲੋ ਏਸੀ ਲੱਗ ਗਏ, ਪਰ ਅੱਗੇ ਇਮਾਰਤਾਂ ਹੀ ਕੁਝ ਅਜਿਹੀਆਂ ਬਣਾਈਆਂ ਗਈਆਂ ਨੇ ਕਿ ਅੰਦਰ ਗਰਮੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇੰਨੀਆਂ ਚੌੜੀਆਂ ਚੌੜੀਆਂ ਦੀਵਾਰਾਂ ਨੇ, ਤਕਰੀਬਨ 11 15 ਫੁੱਟ ਦੇ ਕਰੀਬ ਹੋਊਗੀ ਇਹ। ਹਾਂਜੀ ਹਾਂ, ਘੱਟੋ ਘੱਟ 10 12 ਤਾਂ ਹੈਗੀ। ਆ 10 ਫੁੱਟ ਦੇ ਕਰੀਬ ਹੋਊਗੀ। 10 ਫੁੱਟ ਚੌੜੀ ਦੀਵਾਰ ਹੈ ਤੇ ਇੱਥੇ ਨੂੰ ਗਰਮੀ ਕਿੱਥੋਂ ਨਿਕਲ ਕੇ ਆਉਣੀ ਹੈ? ਆ ਥੋੜੇ ਜਿਹੀ ਹਵਾ ਵੀ ਆਉਂਦੀ ਹੈ, ਅੱਜ ਵੀ ਠੰਡੀ ਆਉਂਦੀ ਹੈ। ਜੀ ਜੀ। ਰੰਗ ਪੰਜਾਬ ਦਾ ਪ੍ਰੋਗਰਾਮ ਦੇ ਤਹਿਤ ਅੱਜ ਤੁਹਾਨੂੰ ਅਸੀਂ ਸਦਨਾ ਕਸਾਈ ਭਗਤ ਸਦਨਾ ਜੀ ਦੀ ਜੋ ਮਜ਼ਾਰ ਹੈ, ਸਮਾਧ ਹੈ, ਉਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸ਼ਾਗਿਰਦ ਤੇ ਉਸਤਾਦ ਦੇ ਜੋ ਮਕਬਰੇ ਨੇ ਉਸ ਬਾਰੇ ਸਾਂਝ ਪਾਈ ਹੈ ਤੇ ਹੋਰ ਜੋ ਸਰਹੰਦ ਦੀਆਂ ਇਤਿਹਾਸਿਕ ਥਾਵਾਂ ਨੇ ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਜਾਣੂ ਕਰਵਾਇਆ। ਸੋ ਇਸ ਪੂਰੇ ਸਿਲਸਿਲੇ ਦੇ ਵਿੱਚ ਅਕਸਰ ਹੁੰਦਾ ਕਿ ਜਦੋਂ ਵੀ ਇਤਿਹਾਸਿਕ ਤਵਾਰੀਖ ਦੀ ਗੱਲ ਕਰਦੇ ਹਾਂ, ਇਤਿਹਾਸਿਕ ਥਾਵਾਂ ਦੀ ਗੱਲ ਕਰਦੇ ਹਾਂ, ਤੇ ਕੋਈ ਨਾ ਕੋਈ ਊਣਤਾਈਆਂ ਨੇ ਜੋ ਉਹ ਰਹਿ ਜਾਂਦੀਆਂ ਨੇ, ਕਿਉਂਕਿ ਇਤਿਹਾਸ ਲੇਖਕਾਂ ਨੇ ਕੁਝ ਕਈ ਵਾਰ ਹੋਰ ਕੁਝ ਲਿਖਿਆ ਹੁੰਦਾ, ਕੋਈ ਇਤਿਹਾਸਕਾਰ ਨੇ ਹੋਰ ਤਰੀਕੇ ਨਾਲ ਲਿਖਿਆ ਹੁੰਦਾ। ਸੋ ਅਸੀਂ ਮਾਫੀ ਚਾਹਾਂਗੇ ਜੇ ਇਸ ਇਤਿਹਾਸਕ ਕੋਈ ਪੱਖ ਪਹਿਲੂ ਸਾਨੂੰ ਅਣਛੂਹਿਆ ਰਹਿ ਹੋ ਗਿਆ ਹੋਵੇ, ਤੇ ਦਰਸ਼ਕਾਂ ਦੇ ਸੁਝਾਅ ਦੀ ਵੀ ਉਮੀਦ ਰੱਖਾਂਗੇ ਕਿ ਇਸ ਸੰਬੰਧੀ ਜੋ ਸਾਨੂੰ ਗਲਤੀ ਕਮਿਸ਼ ਰਹਿ ਗਈ ਹੋਵੇ ਉਹਦਾ ਸੁਝਾਅ ਸਾਨੂੰ ਜ਼ਰੂਰ ਦਿੱਤਾ ਜਾਵੇਗਾ। ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਰਹੰਦ ਸ਼ਹਿਰ ਦੇ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਈ ਜਾ ਸਕੇ। ਸੋ ਉਮੀਦ ਕਰਦੇ ਹਾਂ ਕਿ ਸਾਰੀ ਜਾਣਕਾਰੀ ਜੋ ਅਸੀਂ ਸਾਂਝੀ ਕੀਤੀ ਹੈ ਸਾਡੇ ਦਰਸ਼ਕਾਂ ਦੇ ਲਈ ਉਹ ਸਲਾਉਣਯੋਗ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਰੰਗ ਪੰਜਾਬ ਦੇ ਵਿੱਚ ਪੰਜਾਬ ਦੀ ਵਿਰਾਸਤ, ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਹੋਈ ਹਰ ਇੱਕ ਸ਼ਹਿਰ ਤੁਹਾਡੇ ਤੱਕ ਲੈ ਕੇ ਆਵਾਂਗੇ। ਜਦ ਤੱਕ ਮੈਨੂੰ ਕਰ ਸਕੋ ਇਜਾਜ਼ਤ, ਤੁਸੀਂ ਬਣੇ ਰਹੋ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।